ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਬਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿਖੇ ਸਥਿਤ ਗੁਰੂ ਸਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ, ਆਪ ਸਭ ਨੂੰ ਵਿਦਤ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਸਰਦਾਰ ਮੇਜਰ ਸਿੰਘ ਜੀ ਛੀਨਾ, ਜੋ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜੈਸੇ ਗੁਰਦੇਵ ਵਚਨ ਆਖਦੇ ਨੇ, ਸਭਨਾ ਮਰਨਾ ਆਇਆ ਵਿਛੋੜਾ ਸਭ ਨਾਹਾ। ਸਦੀਵੀ ਵਿਛੋੜਾ ਹੁੰਦਾ ਹੈ ਵੀ ਜਿਹਦੇ ਵਿੱਚ ਕਦੇ ਮਿਲਣ ਦੀ ਆਸ ਗੁੰਜਾਇਸ਼ ਨਾ ਰਹੇ। ਇੱਕ ਵਿਛੋੜਾ ਹੁੰਦਾ ਹੈ ਕੋਈ ਮਿੱਤਰ ਦੋਸਤ ਜਾਂ ਪਰਿਵਾਰ ਮੈਂਬਰ ਦੇਸ਼ ਵਿਦੇਸ਼ ਵਿਚਰਦੇ ਨੇ, ਆਸ ਉਮੀਦ ਹੁੰਦੀ ਆ ਵੀ ਮਿਲਾਂਗੇ, ਆਉਣਗੇ ਜਾਂ ਜਾ ਕੇ ਮਿਲ ਲਾਂਗੇ। ਪਰ ਇੱਕ ਵਿਛੋੜਾ ਉਹ ਹੈ ਵੀ ਜਿਹਦੇ ਵਿੱਚ ਨਾ ਜਾ ਕੇ ਮਿਲਿਆ ਜਾਂਦਾ, ਨਾ ਉਹ ਗਏ ਹੋਏ ਨੇ ਆਉਣਾ ਹੈ। ਉਹਨੇ ਵੀ ਆਉਣਾ ਨਹੀਂ ਤੇ ਅਸੀਂ ਵੀ ਉੱਥੇ ਜਾ ਕੇ ਨਹੀਂ ਮਿਲਾਂਗੇ। ਉਹਨੂੰ ਕਹਿੰਦੇ ਨੇ ਸਦੀਵੀ ਵਿਛੋੜਾ। ਉਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਚਨ ਆਖਦੇ ਨੇ ਕਿ ਸਭਨਾ ਮਰਨਾ ਆਇਆ ਵਿਛੋੜਾ ਸਭ ਨਾਹਾ, ਕਿ ਭਾਈ ਸਾਰਿਆਂ ਨੇ ਮਰ ਜਾਣਾ ਹੈ ਇੱਕ ਦਿਨ। ਸਾਰਿਆਂ ਦਾ ਵਿਛੋੜਾ ਹੋਣਾ ਹੈ, ਸਮਾਂ ਅਲੱਗ ਅਲੱਗ ਹੈ। ਤੁਹਾਡਾ ਆਪਣਾ ਹੈ, ਮੇਰਾ ਆਪਣਾ, ਸਭਨਾਂ ਨੇ ਮਰ ਜਾਣਾ ਹੈ। ਕਿਉਂਕਿ ਆਪਾਂ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਹਾਂ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੀਵ ਜੜ ਨੇ, ਚੇਤਨ ਨੇ, ਸੂਖਮ ਨੇ, ਸਥੂਲ ਨੇ, ਜਾਂ ਜਲ ਦੇ ਬਸਿੰਦੇ ਨੇ ਜਾਂ ਥਲ ਦੇ ਬਸਿੰਦੇ ਨੇ, ਆਕਾਸ਼ ਦੇ ਬਸਿੰਦੇ ਨੇ, ਸਾਰੀ ਉਸ ਦੇ ਹੁਕਮ ਵਿੱਚ ਵਿਚਰ ਰਹੇ ਨੇ। ਸਾਰੇ ਉਸ ਅਕਾਲ ਨੇ ਪੈਦਾ ਕੀਤੇ ਨੇ, ਕਾਲ ਦੇ ਨਾਲ ਪੈਦਾ ਕੀਤੇ ਨੇ, ਕਾਲ ਦੇ ਨਾਲ ਹੀ ਚਲੇ ਜਾਂਦੇ ਨੇ। ਜਿਸ ਤਰ੍ਹਾਂ ਜਲ ਕਹਾਂ, ਥਲ ਕਹਾਂ, ਗगन के गौन कहाँ, काल के बनाए सब काल ही चबाएंगे। ਤੇ ਸਾਰਿਆਂ ਨੇ ਚਲੇ ਜਾਣਾ, ਸਭ ਦਾ ਵਿਛੋੜਾ ਹੋਣਾ। ਮੌਤ ਸਿਆਣਿਆਂ ਨੇ ਕਈ ਤਰ੍ਹਾਂ ਦੀ ਕਹੀ ਹੈ। ਇੱਕ ਬੌਧਿਕ ਮੌਤ ਹੁੰਦੀ ਹੈ, ਇੱਕ ਸਰੀਰਕ ਮੌਤ ਹੁੰਦੀ ਹੈ, ਇੱਕ ਮਾਨਸਿਕ ਮੌਤ ਹੁੰਦੀ ਹੈ। ਬੌਧਿਕ ਮੌਤ ਦਾ ਸ਼ਿਕਾਰ ਹੋਇਆ ਵਿਅਕਤੀ ਸਰੀਰ ਕਰਕੇ ਤਾਂ ਜਿੰਦਾ ਰਹਿੰਦਾ ਹੈ। ਜਿਵੇਂ ਬੌਧਿਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਵਿਅਕਤੀ, ਉਹ ਤੁਰਿਆ ਜਾਂਦਾ ਹੈ, ਉਹਨੂੰ ਆਪਣੇ ਟਿਕਾਣੇ ਦਾ ਨਹੀਂ ਪਤਾ। ਤੁਰਿਆ ਜਾਂਦਾ ਜਾਂਦਾ ਭੱਜ ਵੀ ਲੈਂਦਾ, ਬਹੁਤ ਤੇਜ਼ ਦੌੜਦਾ, ਪਰ ਆਪਣੀ ਮੰਜ਼ਿਲ ਨਹੀਂ ਪਤਾ। ਜੇ ਉਹ ਹੱਸਦਾ ਹੈ ਤੇ ਉੱਚੀ ਉੱਚੀ ਖਿੜਖੜਾ ਕੇ ਹੱਸਦਾ, ਪਰ ਉਹਨੂੰ ਖੁਸ਼ੀ ਨਹੀਂ ਪਤਾ। ਤੇ ਇਸੇ ਤਰ੍ਹਾਂ ਜੇ ਉਹ ਰੋਂਦਾ ਹੈ, ਉੱਚੀ ਉੱਚੀ ਰੋਂਦਾ, ਚੀਖਾਂ ਮਾਰਦਾ, ਭੁੱਬਾਂ ਮਾਰ ਕੇ ਵੀ ਰੋਈ ਜਾਵੇ, ਜਦੋਂ ਕਾਰਨ ਪੁੱਛੋ ਤਾਂ ਉਹਨੂੰ ਦੁੱਖ ਨਹੀਂ ਪਤਾ। ਉਹ ਹੈ ਬੌਧਿਕ ਮੌਤ ਦਾ ਸ਼ਿਕਾਰ ਵਿਅਕਤੀ, ਜਿਹਨੂੰ ਅਸੀਂ ਆਮ ਸ਼ਬਦਾਂ ਵਿੱਚ ਆਖ ਦਿੰਦੇ ਹਾਂ ਵੀ ਕਮਲਾ ਹੈ, ਪਾਗਲ ਹੈ, ਝੱਲਾ, ਜਾਂ ਅੱਜ ਕੱਲ੍ਹ ਦਾ ਸ਼ਬਦ ਵੀ ਇਹ ਤਾਂ ਮੈਂਟਲੀ ਅਪਸੈਟ ਹੈ। ਇਹ ਬੌਧਿਕ ਤੌਰ 'ਤੇ ਮਰ ਚੁੱਕਿਆ ਵਿਅਕਤੀ ਹੈ। ਸਰੀਰ ਕਰਕੇ ਤਾਂ ਜਿੰਦਾ ਹੈ, ਸਮਾਜ ਨਾਲੋਂ ਦੁਨੀਆ ਨਾਲੋਂ ਟੁੱਟ ਗਿਆ।
ਜਿਸ ਨੂੰ ਖੁਸ਼ੀ ਦਾ ਦੁੱਖ ਦਾ ਕੋਈ ਅਹਿਸਾਸ ਨਹੀਂ ਹੈ, ਕੋਈ ਫੀਲਿੰਗ ਨਹੀਂ ਹੈ ਉਸ ਨੂੰ। ਤੇ ਇਸੇ ਤਰ੍ਹਾਂ ਇੱਕ ਹੈ ਸਰੀਰਕ ਮੌਤ, ਜਾਣੀ ਬੌਧਿਕ ਮੌਤ ਥੋੜਿਆਂ ਦੀ ਹੁੰਦੀ ਹੈ। ਸਰੀਰਕ ਮੌਤ ਸਾਡੀ ਸਾਰਿਆਂ ਦੀ ਹੋਣੀ ਹੈ ਜਿੰਨੇ ਅਸੀਂ ਬੈਠੇ ਹਾਂ। ਜਿਸ ਤਰ੍ਹਾਂ ਰਾਗੀ ਸਿੰਘ ਗਾਇਨ ਕਰ ਰਹੇ ਸੀ, ਬਾਬਾ ਫਰੀਦ ਸਾਹਿਬ ਜੀ ਦੇ ਬਚਨ ਦੁਹਰਾਏ ਉਹਨਾਂ ਕਿ ਜਿਤ ਆਸਣ ਹਮ ਬੈਸੇ ਕੇਤੇ ਬੈਸ ਗਿਆ। ਵੀ ਜਿੰਨੇ ਕੁ ਆਪਾਂ ਸਜੇ ਹੋਇਆ ਨਾ, ਆਪਾਂ ਟਿਕਾਣਿਆਂ 'ਤੇ ਬੈਠੇ ਹਾਂ, ਆਪਣੇ ਨਾਲੋਂ ਪਤਾ ਨਹੀਂ ਕਿੰਨੇ ਕੁ ਬਹਿ ਬਹਿ ਕੇ ਚਲੇ ਗਏ। ਬਾਬਾ ਫਰੀਦ ਜੀ ਕਹਿੰਦੇ ਨੇ, ਆਪਣੇ ਆਪ ਨੂੰ ਪੁੱਛਦਿਆਂ ਕਹਿੰਦੇ, ਫਰੀਦਾ ਜਿਹੜੀ ਜਗ੍ਹਾ 'ਤੇ ਤੂੰ ਬੈਠਾ ਹੈ ਤੈਨੂੰ ਇਹ ਪਤਾ ਵੀ ਤੇਰੇ ਨਾਲੋਂ ਪਹਿਲਾਂ ਇੱਥੇ ਕਿੰਨੇ ਕੁ ਲੋਕ ਬਹਿ ਬਹਿ ਕੇ ਚਲੇ ਗਏ, ਕਿੰਨੇ ਕੁ ਰਾਜ ਭਾਗ ਕਮਾ ਕੇ ਚਲੇ ਗਏ, ਕਿੰਨੇ ਕੁ ਇੱਥੇ ਚੌਧਰ ਕਰਕੇ ਚਲੇ ਗਏ, ਕੋਈ ਪਤਾ ਹੈ? ਕਹਿੰਦੇ ਕਿਤੇ ਬੈਸ ਗਿਆ, ਕੋਈ ਗਿਣਤੀ ਨਹੀਂ ਹੈ। ਭਾਵ ਸਰੀਰ ਕਰਕੇ ਸਾਰਿਆਂ ਨੇ ਚਲੇ ਜਾਣਾ ਹੈ। ਸਮਾਂ ਜਿਹੜਾ ਉਹ ਵੱਖਰਾ ਵੱਖਰਾ, ਜੈਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਕਿ ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ। ਸਤਿਗੁਰੂ ਜੀ ਕਹਿੰਦੇ ਭਾਈ ਕੋਈ ਗਰੀਬ ਹੈ ਜਾਂ ਉਹ ਰਾਜਾ ਮਹਾਰਾਜਾ, ਚੱਕਰਵਰਤੀ, ਪਾਤਸ਼ਾਹ, ਬਾਦਸ਼ਾਹ ਲੋਕ ਨੇਗੇ, ਸਭਨਾਂ ਨੇ ਚਲੇ ਜਾਣਾ ਹੈ। ਰਾਣਾ ਰਾਉ ਨਾ ਕੋ ਰਹਿ, ਕਿਸੇ ਨੇ ਨਹੀਂ ਟਿਕੇ ਰਹਿਣਾ। ਰੰਗ ਨਾ ਤੁੰਗ ਫਕੀਰ, ਨਾ ਫਕੀਰਾਂ ਨੇ ਰਹਿਣਾ ਹੈ। ਫਕੀਰਾਂ ਦੀ ਵੀ ਕੈਟਾਗਰੀ ਹੁੰਦੀ ਹੈ, ਜਿਸ ਤਰ੍ਹਾਂ ਸੰਤਾਂ ਮਹਾਤਮਾ ਦੀ ਕੈਟਾਗਰੀ ਹੁੰਦੀ ਹੈ ਵੀ ਨਿੱਤ ਅਵਤਾਰ ਹੈ, ਨਮਿੱਤ ਅਵਤਾਰ ਹੈ, ਅੰਸਾ ਅਵਤਾਰ ਹੈ ਜੀ, ਬੇਸਾ ਅਵਤਾਰ ਹੈ। ਕਹਿੰਦੇ ਭਾਈ ਇਹ ਕਿਤੇ ਸਦਾ ਥੋੜ੍ਹਾ ਟਿਕੇ ਰਹਿਣਗੇ, ਇਹ ਵੀ ਚਲੇ ਜਾਂਦੇ ਨੇਗੇ। ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ, ਅੰਸਾ ਅਵਤਾਰ ਕੇਤੇ ਕਾਲ ਵਸ ਪਏ ਹੈ, ਅਨੇਕਾਂ ਹੀ ਹੋਏ ਨੇਗੇ। ਤੇ ਇਸ ਤਰ੍ਹਾਂ ਸਾਰੀ ਕਾਲ ਦੇ ਅਧੀਨ ਹੈ, ਸਾਰਿਆਂ ਨੇ ਚਲੇ ਜਾਣਾ ਹੈ। ਦਸ਼ਮੇਸ਼ ਪਿਤਾ ਜੀ ਨੇ ਇੱਥੋਂ ਤੱਕ ਬਚਨ ਕਹੇ ਨੇ। ਸਨਾਤਨ ਮਤੀ ਲੋਕਾਂ ਦਾ ਮੰਨਣਾ ਹੈ ਵੀ ਸ੍ਰਿਸ਼ਟੀ ਨੂੰ ਤਿੰਨ ਦੇਵਤੇ ਚਲਾ ਰਹੇ ਨੇ, ਜਿਸ ਨੂੰ ਗੁਰਮਤਿ ਦੇ ਵਿੱਚ ਤਿੰਨ ਸ਼ਕਤੀਆਂ ਕਹਿੰਦੇ ਆ, ਜਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਨੂੰ ਤਿੰਨ ਗੁਣ ਵੀ ਕਹਿੰਦੇ ਨੇ, ਰਜੋਂ ਤਮੋਂ ਸਤੋਂ। ਉਹ ਜਿਹੜੀਆਂ ਤਿੰਨ ਸ਼ਕਤੀਆਂ ਨੇ, ਸੰਸਾਰ ਨੂੰ ਇੱਕ ਉਤਪਤੀ ਕਰਦਾ ਹੈ, ਇੱਕ ਸੰਭਾਲ ਰਿਹਾ ਹੈ, ਪਰਵਰਸ਼ ਪਾਲਣਾ ਕਰਦਾ ਹੈ, ਤੇ ਤੀਜਾ ਉਹਦੀ ਸਮਾਪਤੀ ਕਰੀ ਜਾਂਦਾ, ਲੈਤਾ ਕਰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਇਹ ਵੀ ਕਾਲ ਤੋਂ ਵੱਖਰੇ ਨਹੀਂ ਹਨ, ਇਹ ਕਾਲ ਤੋਂ ਸੁਤੰਤਰ ਨਹੀਂ ਹਨ, ਇਹ ਵੀ ਕਾਲ ਦੇ ਅਧੀਨ ਹੈ, ਕਾਲ ਦੇ ਥੱਲੇ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਕਹਿੰਦੇ ਇਹ ਤਿੰਨ ਖੇਡ ਖੇਡ ਰਹੇ ਨੇ, ਕਾਹਦੀ? ਸਕਲ ਕਾਲ ਕਾ ਕੀਆ ਤਮਾਸ਼ਾ। ਕਹਿੰਦੇ ਇਹ ਸਾਰੀ ਖੇਡ ਹੀ ਕਾਲ ਦੀ ਹੈ। ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏਂਗੇ। ਕਾਲ ਤੋਂ ਹੀ ਪੈਦਾ ਹੋਇਆ, ਕਾਲ ਨੇ ਖਤਮ ਕਰ ਦੇਣੇ ਆ। ਸਰੀਰ ਜਿੰਨੇ ਨੇ ਇਹ ਸਾਰਿਆਂ ਨੇ ਖਤਮ ਹੋ ਜਾਣਾ ਹੈ, ਸਮੇਂ ਸਮੇਂ ਦੇ ਨਾਲ ਖਤਮ ਹੋ ਜਾਂਦੇ ਨੇ। ਭਾਵ ਸਰੀਰਾਂ ਦੀ ਮੌਤ ਹੁੰਦੀ ਹੈ। ਮੌਤ ਦਾ ਅਰਥ ਹੁੰਦਾ ਹੈ ਖਤਮ ਹੋ ਜਾਣਾ, ਸਮਾਪਤ ਹੋ ਜਾਣਾ, ਐਂਡ ਹੋ ਜਾਣਾ। ਸਾਰੇ ਸਰੀਰਾਂ ਦੀ ਮੌਤ ਹੋਣੀ ਹੈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਜੋ ਉਪਜਿਓ ਸੋ ਬਿਨਸ ਹੈ, ਵੀ ਜਿਹੜਾ ਪੈਦਾ ਹੋ ਗਿਆ, ਜਿਸ ਨੇ ਜਨਮ ਲੈ ਲਿਆ, ਉਹਨੇ ਮਰਨਾ ਵੀ ਜ਼ਰੂਰ ਹੈ, ਇੱਕ ਦਿਨ ਖਤਮ ਵੀ ਹੋਵੇਗਾ। ਜਿਹੜਾ ਪੈਦਾ ਹੋ ਗਿਆ ਉਹ ਖਤਮ ਵੀ ਹੋਵੇਗਾ। ਜੋ ਉਪਜਿਓ ਸੋ ਬਿਨਸ ਹੈ, ਭਾਈ ਕਹਿੰਦੇ ਉਹ ਚਲਿਆ ਜਾਵੇਗਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕਹਿੰਦੇ ਕੋਈ ਅੱਜ ਚਲਿਆ ਜਾਵੇਗਾ, ਕੋਈ ਕੱਲ ਨੂੰ ਚਲਿਆ ਜਾਵੇਗਾ। ਪਰੋ ਕਹਿੰਦੇ ਜੇ ਫਿਰ ਵੀ ਬਚ ਗਿਆ, ਪਰਸੋਂ ਨੂੰ ਵਗ ਜਾਏਗਾ। ਜਾਣੀ ਕੋਈ ਬਚਪਨ 'ਚ ਚਲਿਆ ਜਾਵੇਗਾ, ਕੋਈ ਜਵਾਨੀ 'ਚ ਚਲਿਆ ਜਾਵੇਗਾ, ਨਹੀਂ ਫਿਰ ਕਹਿੰਦੇ ਬੁਢਾਪੇ 'ਚ ਤਾਂ ਚਲੇ ਹੀ ਜਾਵੇਗਾ। ਰਹਿਣਾ ਨਹੀਂ ਕਿਸੇ ਨੇ। ਆਹ ਜਿਹੜੀ ਮੌਤ ਹੈ, ਉਹਦੇ ਵਿਦਵਾਨ ਪੁਰਖਾਂ ਨੇ ਕਿਹਾ ਵੀ ਇਹਦਾ ਸਬੱਬ ਤਾਂ ਬਣਦਾ ਹੈ, ਉਹਦੇ ਵਾਸਤੇ ਤਿੰਨ ਚੀਜ਼ਾਂ ਦਾ ਸੁਮੇਲ ਲਿਖਦੇ ਨੇ ਵਿਦਵਾਨ, ਜਿਸ ਨੂੰ ਕਹਿੰਦੇ ਨੇ ਦੇਸ, ਕਾਲ, ਵਸਤੂ। ਵੀ ਇਹ ਤਿੰਨ ਚੀਜ਼ਾਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤੇ ਮੌਤ ਤਿਆਰ ਹੁੰਦੀ ਹੈ।
ਦੇਸ ਉਹ ਜਗ੍ਹਾ, ਉਹ ਟਿਕਾਣਾ, ਉਹ ਧਰਤੀ, ਕਾਲ ਉਹੀ ਸਮਾਂ, ਤੇ ਵਸਤੂ ਹੁੰਦਾ ਹੈ ਕਾਰਕ, ਉਹ ਬਹਾਨਾ ਬਣ ਜਾਣਾ, ਉਹ ਵਿਧੀ ਬਣ ਜਾਣੀ, ਉਹਨੂੰ ਵਸਤੂ ਕਹਿੰਦੇ ਨੇਗੇ। ਤਿੰਨੇ ਚੀਜ਼ਾਂ ਦਾ ਸੁਮੇਲ, ਜਿਸ ਤਰ੍ਹਾਂ ਜਿਨ੍ਹਾਂ ਦੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ, ਗੁਰੂ ਚਰਨਾਂ ਵਿੱਚ ਬੇਨਤੀ ਕਰਨ ਲਈ ਜੁੜੇ ਹਾਂ, ਇਹ ਗੱਲ ਉਹਨਾਂ ਤੇ ਢੁੱਕਦੀ ਹੈ ਕਿ ਉਹ ਥੋੜ੍ਹੇ ਕਾਰਜ ਲਈ ਨਿਕਲੇ, ਦੁਰਘਟਨਾ ਵਾਪਰੀ। ਅੱਗੇ ਵੀ ਵਿਚਰਦੇ ਸੀ, ਅੱਜ ਉਹ ਪਹਿਲੇ ਦਿਨ ਹੀ ਥੋੜ੍ਹਾ ਗਏ ਸੀ, ਅੱਗੇ ਵੀ ਜਾਂਦੇ ਸੀ ਬਾਪੂ ਮੇਜਰ ਸਿੰਘ ਜੀ, ਤੇ ਇਸੇ ਤਰ੍ਹਾਂ ਉਹ ਨਿਕਲੇ। ਉਹ ਕਲਾ ਵਰਤ ਗਈ ਜਿਸ ਨੂੰ ਕਿਹਾ ਦੇਸ, ਉਹ ਟਿਕਾਣਾ ਉਹੀ ਸੀ। ਅੱਗੇ ਵੀ ਉਹ ਇਸੇ ਸੜਕ ਤੇ ਬਹੁਤ ਵਾਰ ਵਿਚਰੇ ਨੇਗੇ, ਬਹੁਤ ਵਾਰ ਲੰਘੇ ਨੇਗੇ। ਦੇਸ ਉਹ ਜਗ੍ਹਾ, ਕਾਲ ਉਹ ਸਮਾਂ। ਇਹ ਸਮਾਂ ਕਿਹੜਾ? ਸਵੇਰ ਦਾ, ਸ਼ਾਮ ਦਾ, ਦੁਪਹਿਰ ਦਾ, ਰਾਤ ਦਾ, ਅੰਮ੍ਰਿਤ ਵੇਲਾ। ਕਿਹੜੀ ਕਦੋਂ ਮੌਤ ਹੋਣੀ ਆ ਤੇ ਕਿੱਥੇ ਹੋਣੀ ਆ, ਹੋਣੀ ਕਿਵੇਂ ਆ, ਉਹ ਤਿੰਨ ਚੀਜ਼ਾਂ ਆਪਸ ਦੇ ਵਿੱਚ ਟਕਰਾਈਆਂ। ਫਿਰ ਪਸ਼ੂ, ਪੰਛੀ, ਮਨੁੱਖ, ਇਹਨਾਂ ਦੀ ਮੌਤ ਤਿਆਰ ਹੋ ਜਾਂਦੀ ਹੈ। ਇਸ ਤਰ੍ਹਾਂ ਸਭਨਾਂ ਨੇ ਮਰ ਜਾਣਾ। ਆਪਾਂ ਗੱਲ ਕਰ ਰਹੇ ਸੀ ਨਾ ਕਿ ਮੌਤ, ਸਰੀਰਕ ਮੌਤ ਸਾਡੀ ਸਾਰਿਆਂ ਦੀ ਹੋਣੀ ਆ, ਪਰ ਇੱਕ ਮੌਤ ਹੈ ਮਾਨਸਿਕ ਮੌਤ, ਜਿਹੜੀ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਧੇ ਬੰਦੇ ਦੀ ਹੁੰਦੀ ਹੈ, ਜਿਹਦੇ ਵਾਸਤੇ ਕਿਹਾ ਹੈਨ ਬਿਰਲੇ ਨਾਹੇ ਘਣੇ ਫੈਲ ਪਕੜ ਸੰਸਾਰ। ਮਨ ਵਾਹਿਗੁਰੂ ਤਨ ਜਿਹੜਾ ਉਹ ਸਾਰਿਆਂ ਦਾ ਮਰਦਾ ਹੈ, ਮਨ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਬੰਦੇ ਦਾ ਹੀ ਮਰਦਾ ਹੈ। ਜਦੋਂ ਮਨ ਮਰ ਜਾਵੇ ਨਾ, ਫਿਰ ਉਹਦੀਆਂ ਨਿਸ਼ਾਨੀਆਂ, ਉਹਦੇ ਚਿੰਨ੍ਹ ਕਹੇ ਨੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਦੇ ਚਿੰਨ੍ਹ ਪ੍ਰਗਟ ਕਰਦੇ ਨੇ ਵੀ ਜਦੋਂ ਮਨ ਮਰ ਜਾਵੇ ਫਿਰ ਕੀ ਹੁੰਦਾ, ਉਹਦੇ ਨਿਸ਼ਾਨੀਆਂ, ਲੱਛਣ ਕਿਹੜੇ ਨੇ? ਸਤਿਗੁਰੂ ਮਹਾਰਾਜ ਜੀ ਕਹਿੰਦੇ, ਭਾਈ ਮਨ ਸਾਚਾ ਮੁਖ ਸਾਚਾ ਸੋਏ, ਆਵਰ ਨਾ ਵੇਖੈ ਇੱਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਆ ਉਹਦੇ ਲੱਛਣ ਬਣ ਜਾਂਦੇ ਨੇ ਵੀ ਐਸਾ ਨਹੀਂ ਹੈ ਮੁੱਖ ਤੋਂ ਕੁਝ ਹੋਰ ਕਹਿੰਦਾ, ਅੰਦਰੂਨੀ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ। ਉਹ ਅੰਦਰ ਬਾਹਰ ਤੋਂ ਇੱਕੋ ਹੀ ਹੋ ਜਾਂਦਾ ਹੈ। ਕਦੋਂ? ਜਦੋਂ ਮਨ ਮਰ ਜਾਵੇ। ਮਾਨਸਿਕ ਮੌਤ ਸਾਡੀ ਕਿਸੇ ਕਿਸੇ ਦੀ ਹੁੰਦੀ ਹੈ, ਸਭਨਾਂ ਨੇ ਮਰ ਜਾਣਾ ਹੈ। ਜਿਸ ਤਰ੍ਹਾਂ ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਸਾਰਿਆਂ ਨੇ ਮਰ ਜਾਣਾ ਹੈ। ਬੜੇ ਵੱਡੇ ਵੱਡੇ ਰਾਜੇ ਮਹਾਰਾਜੇ ਚਲੇ ਗਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਸੰਸਾਰ ਸੁਪਨੇ ਦੀ ਨਿਆਈਆਂ, ਸੁਪਨੇ ਵਰਗਾ ਹੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਤਹਿਤ ਬਾਪੂ ਮੇਜਰ ਸਿੰਘ ਜੀ ਚੀਨਾ, ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਕੇ ਨੇ ਉਸ ਵਿਛੜੀ ਰੂਹ ਦੇ ਨਿਮਿਤ ਗ੍ਰਹਿ ਵਿਖੇ ਗੁਰੂ ਕੀ ਬਾਣੀ ਦੇ ਸਹਿਜ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਮੁੱਖ ਵਾਕ ਸਾਹਿਬ ਬਖਸ਼ਿਸ਼ ਹੋਏ। ਸੋ ਆਓ ਹੁਣ ਉਸੇ ਹੀ ਮੁੱਖ ਵਾਕ ਦੇ ਸ਼ਬਦ ਦੇ ਅੱਖਰੀ ਅਰਥਾਂ ਦੀ ਆਪਾਂ ਵਿਚਾਰਕ ਸਾਂਝ ਪਾਈਏ। ਜੋ ਉਪਦੇਸ਼ ਵਿਚਾਰ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਇਸ ਪਾਵਨ ਸ਼ਬਦ ਦੁਆਰਾ, ਆਓ ਆਪਣੇ ਮਨ ਵਿਰਤੀਆਂ ਇਕਾਗਰ ਕਰਕੇ ਪਾਵਨ ਉਪਦੇਸ਼ ਸ਼ਰਵਣ ਕਰੀਏ ਜੀ। ਬਿਲਾਵਲ ਮਹੱਲਾ ਪੰਜਵਾ। ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਏ ਨਿਹਾਲ। ਇਹ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ 811 ਅੰਗ ਦੇ ਹੇਠਲੇ ਪੱਖ ਵਿੱਚ ਦਰਜ ਹੈ। ਇਸ ਪਾਵਨ ਸ਼ਬਦ ਦੇ ਕਰਤਾ ਨੇ ਨਿਮਰਤਾ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਪਰ ਉਪਕਾਰ ਦੇ ਘਰ, ਜਿਨ੍ਹਾਂ ਨੇ ਸੰਸਾਰ ਨੂੰ ਤਾਰਨ ਵਾਸਤੇ ਸਰਬ ਸਾਂਝਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਜਿਸ ਦੇ ਵਿੱਚ
सतगुरु महाराज जी ने गुरु नानक देव जी महाराज, श्री गुरु अंगद देव जी महाराज, श्री गुरु अमरदास जी महाराज, श्री गुरु रामदास जी महाराज ते कुछ बाणी अपनी दर्ज की और नालों नाल संतां भगतां गुर सिखां दी बाणी दर्ज की। जिस तरह भट्ट साहिबाना का जिक्र आउंदा है, जदों गुरु ग्रंथ साहिब जी दे पिछले पक्ष की बाणी आपां भट्ट साहिबाना की बाणी पढ़दे पता चल जाता है भी भट्ट जिहड़े ने वो 17 ने। उन्हां दे नामां तो पता चल जाता है, हर भट्ट के शब्द समाप्ति ते अपना नाम आ जाता है। 17 भट्ट ने, 17 भट्टां का जिक्र है जिहड़ा वो चूड़ामणि कवि संतोख सिंह जी ने गुरप्रताप सूरज ग्रंथ में जिक्र किया। खैर हुण समा अपने कोल सीमित है कि वो सतगुरु महाराज जी के पास आए और आके उन्हें उस्तुत की, सतगुरु महाराज जी की वडियाई की। वो अपने बचना विच कहते ने ना कि साडे मन नूं शांति नहीं सी मिल रही। विद्या प्राप्ति बहुत कर ली सी, पढ़ लिख बहुत गए सी, विद्वान बड़े बन गए सी, भगती भी कर ली, पर मानसिक शांति प्राप्त नहीं सी हो रही। वो फिर गुरु अर्जन देव महाराज जी ने कृपा की। इस तरह भगत साहिबाना का जिक्र आता है, उन्होंने अपने शब्द ने गे। इस तरह सतगुरु महाराज जी ने संसार को तारन वास्ते ऐसा सारियां का साझा ग्रंथ बनाया है। जिस तरह भगत नामदेव जी, भगत रविदास साहिब जी, भगत बाबा धन्ना साहिब जी, इस तरह भगत तरलोचन जी, भगत पीपा जी, इन्हां सारियां दा सुमेल तां कीता कि किसी दे मन का अभिमान हंकार ना रहे कि मैं बड़ी उच्ची जाति दा, क्योंकि इस विध करके ही गुरु ग्रंथ साहिब जी की रचना करनी पई सी। क्योंकि जिहड़े सनातनी धार्मिक शास्त्र ग्रंथ सन उन्हां दे पढ़न ते कुछ पाबंदी सी भी आ कुछ लोग पढ़ सकते आ, कुछ लोग सुन सकते आ, ते बाकी दे लोकां नूं कहंदे ना इन्हां नूं दर्शन करन दा देखण दा अधिकार है, ना पढ़न दा ते ना ही सुनन दा कोई हक अधिकार नहीं। पर सतगुरु महाराज जी ने कृपा की कि भाई साडे ते गुरु नानक साहब महाराज जी ने मेहर कृपा की, जिसनों गुरु अर्जन देव महाराज जी ने प्रतख रूप में गुरु ग्रंथ साहब महाराज जी बना के बचन किया, खत्री ब्राह्मण सूद बैस उपदेश चह वर्ना को साझा। ये रचना रची गुरु अर्जन देव महाराज जी ने, तां करके उन्होंने कहा जाता है पर उपकार दे घर। ते पर उपकार दे घर गुरु अर्जन देव महाराज जी कृपा कर रहे हैं, पावन उपदेश बख्शते हैं। इस शब्द को गुरु अर्जन देव साहब महाराज जी ने बिलावल राग विखे उच्चारण किया है। रागी विद्वान जिहड़े राग दे मुहारत रखण वाले वो आंदे ने कि जिहड़ा बिलावला ये राग पुत्र है, जिस तरह धनासरी रागणी है, मेघ राग की पत्नियां इदां ही बिलावल पुत्र है। बिलावल राग द्वारा सतगुरु महाराज मेहर कर रहे ने, उपदेश बख्शते नेगे कि हे भाई जे तू जीवन सफल करना है वो किमें होवेगा। आम करके साडा सारियां दा सवाल हुंदा है भी मैं जीवन सफल करना चाहुंदा, मैं अगे वधना चाहुंदा, पर किमें वधिया जावेगा। असी जतन हीला करते हैं। आम करके जिहड़ा हुंदा है भी जिवें अजकल जिहड़ा कंपीटेंस का युग चल रहा है, मुकाबले का युग, भी मैं इहदे नालों मूरे ओ मेरे नालों मूरे, मैं उदू भी गाह लंघ जा, ऐसा युग चल रहा है। पर सतगुरु महाराज जी कहते भाई ऐसी भज दौड़ में जे तू अगे निकलना ना, फिर कहते यार कर्म कर, तू अगे भी निकल जाएगा, तेरा संसारक पार उतारा भी हो जाएगा, ते जिहड़ियां वस्तुआं तू मंगदा तैनूं वो भी मिल पैणगियां, ते तेरा संसार ते आउणा सफला भी हो जाएगा, तेरे सारी मसले हल हो जाएंगे। आ किरिया करया कर केड़ी पानी पक्का पीस दास कै। पानी पहले समयां दे विच पानी की बड़ी सेवा हुंदी सी, खूह लगवाए जाते। गुरु अर्जन देव महाराज जी ने 66 खूह लगवाया,
ਹਲੇ ਵੀ ਆਪਾਂ ਦਰਸ਼ਨ ਪਰਸਦੇ ਹਾਂ। ਔਰ ਹੋਰ ਕਈ ਥਾਵਾਂ 'ਤੇ ਕਰਤਾਰਪੁਰ ਸਾਹਿਬ ਵਿਖੇ ਖੂਹ ਲਗਵਾਇਆ ਸ੍ਰੀ ਗੰਗਸਰ ਸਾਹਿਬ। ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਹੋਰ ਬੇਅੰਤ ਕਿਰਪਾ ਕੀਤੀ, ਸਰੋਵਰ ਬਣਵਾਏ ਪਾਣੀ ਦੀ ਲੋੜ ਵਾਸਤੇ ਤੇ ਭਲੇ ਵਾਸਤੇ। ਤੇ ਇਸ ਤਰ੍ਹਾਂ ਪਾਣੀ ਪੱਖਾ ਕਹਿੰਦੇ ਭਾਈ ਪਾਣੀ ਦੀ ਸੇਵਾ ਕੀਤੀ ਜਾਂਦੀ ਸੀ। ਤੇ ਇਸ ਤਰ੍ਹਾਂ ਪਾਣੀ ਪੱਖਾ ਝੱਲਣ ਦੀ ਸੇਵਾ, ਪੀਸ ਤੇ ਆਟਾ ਪੀਣ ਦੀ ਸੇਵਾ। ਪੁਰਾਤਨ ਸਮੇਂ ਵਿੱਚ ਚੱਕੀਆਂ ਦੀ ਘਾਟ ਹੋਇਆ ਕਰਦੀ ਸੀ, ਮੋਟਰਾਂ ਨਾ ਹੋਣ ਕਰਕੇ ਮਾਮਾ ਬੀਬੀਆਂ ਹੱਥਾਂ ਦੇ ਨਾਲ ਹੀ ਚੱਕੀ ਪੀਸ ਲਿਆ ਕਰਦੀਆਂ ਸਨ। ਤੇ ਨਾਲ ਨਾਲ ਕਈ ਮਾਮਾ ਦਾ ਜੀਵਨ ਸੁਣਿਆ, ਜਿਸ ਤਰ੍ਹਾਂ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਤੇ ਹੋਰ ਕਈ ਮਹਾਂਪੁਰਖਾਂ ਦੀਆਂ ਮਾਮਾ, ਉਹ ਆਟਾ ਪੀਂਦਿਆਂ ਗੁਰੂ ਕੀ ਬਾਣੀ ਦਾ ਪਾਠ ਪੜ੍ਹਿਆ ਕਰਦੀਆਂ। ਮਾਮਾ ਨੂੰ ਪਹਿਲਾਂ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਇਹ ਕੰਠ ਸੀ। ਹੁਣ ਤੇ ਅਜੋਕੇ ਸਮੇਂ ਦੀ ਮਾਂ ਨੂੰ ਇਹ ਵੀ ਨਹੀਂ ਪਤਾ ਵੀ ਆਸਾ ਜੀ ਦੀ ਵਾਰ ਹੈ ਕਿਹੜੇ ਰਾਗ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਅੰਗ ਤੇ ਉਹ ਆਰੰਭ ਹੁੰਦੀ ਹੈ, ਕਿੰਨੇ ਤੇ ਸਮਾਪਤ ਹੈ। ਸੁਖਮਨੀ ਸਾਹਿਬ ਕਿਹੜੇ ਰਾਗ ਵਿੱਚ ਹੈ ਤੇ ਕਿੰਨੇ ਅੰਗ ਤੋਂ ਆਰੰਭ ਹੋ ਕੇ ਕਿੱਥੇ ਸਮਾਪਤ ਹੋ ਰਿਹਾ ਸੁਖਮਨੀ ਸਾਹਿਬ ਦਾ ਪਾਠ। ਪੁਰਾਤਨ ਮਾਮਾ ਨੂੰ ਇਹ ਯਾਦ ਸੀ। ਚੱਕੀ ਪੀਂਦੀਆਂ ਧਾਰਾਂ ਚੋਂਦੀਆਂ ਹੀ ਉਹ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਦਿਨ ਚੜ੍ਹਨ ਤੋਂ ਪਹਿਲਾਂ ਨਿਬੇੜ ਲਿਆ ਕਰਦੀਆਂ। ਤੇ ਇਸ ਤਰ੍ਹਾਂ ਪੀਸ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ, ਗੁਰੂ ਦੇ ਪਿਆਰੇ, ਉਹਨਾਂ ਦੀ ਚੱਕੀ ਪੀਸਣੀ। ਤੇ ਦਾਸ ਕਹਿੰਦੇ ਉਹਨਾਂ ਦੇ ਸਨਮੁਖ ਹੋ ਕੇ ਸੇਵਕ ਹੋ ਕੇ ਸੇਵਾ ਕਰਨੀ। ਤਬ ਹੋਏ ਨਿਹਾਲ, ਕਹਿੰਦੇ ਤਦੋਂ ਤੂੰ ਨਿਹਾਲ ਹੋ ਜਾਵੇਂਗਾ, ਤੇਰਾ ਪਾਰ ਉਤਾਰਾ ਹੋ ਜਾਵੇਗਾ ਆ ਗੁਣਾਂ ਦੇ ਧਾਰਨ ਕਰਕੇ। ਪਾਣੀ ਕਹਿੰਦੇ ਭਾਈ ਸੰਗਤ ਦੀ ਸੇਵਾ ਕਰਿਆ ਕਰ। ਪੱਖਾ ਕਹਿੰਦੇ ਪੱਖੇ ਵੀ ਝੱਲਿਆ ਕਰ ਸੰਗਤ ਨੂੰ, ਗੁਰੂ ਨੂੰ। ਪੀਸ ਕਹਿੰਦੇ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਦੀ ਵੀ ਸੇਵਾ ਕਰ ਲਿਆ ਕਰ। ਜੇ ਤੂੰ ਆਪੋਂ ਕੁਝ ਦੇ ਨਹੀਂ ਸਕਦਾ, ਲੰਗਰ ਬਣਿਆ ਹੋਇਆ ਵਰਤਾ ਹੀ ਸਕਦਾ ਹੈ। ਜੇ ਡਾਲੀ ਆਈ ਹੋਈ ਆ ਕਿਸੇ ਨੂੰ ਛਕਾ ਤਾਂ ਸਕਦਾ ਹੀ ਆ ਵੀ ਚਲੋ ਕਿਸੇ ਨੂੰ ਦੋ ਪ੍ਰਸ਼ਾਦੇ ਦੇ ਦਿਓ, ਇੰਨਾ ਤਾਂ ਕਰ ਹੀ ਸਕਦਾ ਨਾ। ਦਾਸ ਕਹਿੰਦੇ ਨਿਮਰਤਾ ਵਾਲੇ ਗੁਣ ਧਾਰਨ ਕਰਨੇ। ਤੇ ਇਸ ਤਰ੍ਹਾਂ ਕਹਿੰਦੇ ਐਸੇ ਗੁਣਾਂ ਦੇ ਕਰਕੇ ਤਬ ਹੋਏ ਨਿਹਾਲ, ਤਦੋਂ ਭਾਈ ਕਹਿੰਦੇ ਪਾਰੋ ਤਾਰਾ ਹੋ ਜਾਵੇਗਾ, ਫਿਰ ਪਾਰੋ ਤਾਰਾ ਹੋਵੇਗਾ। ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਕਹਿੰਦੇ ਆ ਜਿਹੜਾ ਰਾਜ ਮਿਲਕ ਕਹੀਏ, ਰਾਜ ਹਕੂਮਤ ਦਾ, ਮਿਲਕ ਕਹੀਏ ਜੰਗੀਰਾਂ ਜ਼ਮੀਨਾਂ ਪ੍ਰਾਪਰਟੀ ਦਾ, ਤੇ ਸਿਕਦਾਰੀਆਂ ਕਹੀਏ ਸਰਦਾਰੀਆਂ। ਤੇ ਇਸ ਤਰ੍ਹਾਂ ਚੌਧਰਤਾ ਦਾ ਅਭਿਮਾਨ ਜਿਹੜਾ ਕਹਿੰਦੇ ਤੂੰ ਚੁੱਕੀ ਫਿਰਦਾ ਵੀ ਮੈਂ ਫਲਾਣਾ ਆਫਿਸਰ, ਮੈਂ ਫਲਾਣਾ ਅਧਿਕਾਰੀ ਹਾਂ ਤੇ ਮੈਂ ਇੰਨੀ ਭੂਈ ਦਾ ਮਾਲਕ ਹਾਂ, ਕਹਿੰਦੇ ਇਹਨੂੰ ਤਿਆਗ ਦੇ, ਇਹਨੂੰ ਛੱਡ ਕੇ ਕੀ ਕਰ, ਅਗਨੀ ਮੈਂ ਜਾਲ, ਕਹਿੰਦੇ ਇਸੇ ਅਭਿਮਾਨ ਨੂੰ ਅੱਗ ਵਿੱਚ ਪਾ ਕੇ ਸਾੜ ਦੇ। ਕਿਉਂਕਿ ਇਹਦੇ ਨਾਲ ਤੇਰਾ ਪਾਰ ਉਤਾਰਾ ਨਹੀਂ, ਇਹਦੇ ਨਾਲ ਤੇਰਾ ਹੋਰ ਵਿਗਾੜ ਹੋ ਜਾਵੇਗਾ। ਕਿਉਂਕਿ ਇਹਨਾਂ ਵਸਤੂਆਂ ਦੇ ਹੰਕਾਰ ਦੇ ਕਰਕੇ ਤੂੰ ਗੁਰੂ ਨਾਲੋਂ, ਪਰਮਾਤਮਾ ਨਾਲੋਂ ਟੁੱਟ ਜਾਵੇਗਾ। ਹੰਕਾਰੀ ਬੰਦਾ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾ ਤਾਂ ਨਿੰਦਕ ਬਣਨਾ ਤੇ ਨਾ ਹੰਕਾਰੀ ਬਣਨਾ। ਕਿਉਂਕਿ ਇਹਨਾਂ ਦੋ ਨੂੰ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਪ੍ਰਮਾਤਮਾ ਪਿੱਠ ਦੇ ਦਿੰਦਾ, ਇਹਨਾਂ ਵੱਲ ਕਦੀ ਚਿਹਰਾ ਨਹੀਂ ਕਰਦੇ ਵਾਹਿਗੁਰੂ ਜੀ। ਹੰਕਾਰੀ ਬੰਦੇ ਵੱਲ ਤੇ ਨਿੰਦਕ ਦੇ ਵੱਲ ਵੀ ਆਏ ਗਏ ਦੀ ਨਿੰਦਿਆ ਕਰਨੀ, ਬੁਰਾ ਬੋਲਣਾ ਆਮ ਕਰਕੇ। ਜਿਵੇਂ ਸੱਥਾਂ ਜਾਂ ਅੱਜ ਕੱਲ੍ਹ ਦਾ ਐਸਾ ਮਾਹੌਲ ਬਣਿਆ, ਦੇਖਦੇ ਹਾਂ ਕਈ ਜਗ੍ਹਾ ਤੇ ਵੀ ਗੁਰੂ ਘਰਾਂ ਵਿੱਚ ਨਾਲੇ ਗ੍ਰੰਥੀ ਕੋਲੋਂ ਚਾਹ ਪਾਣੀ ਪੀ ਜਾਣਾ ਤੇ ਨਾਲੇ ਉੱਥੇ ਬਹਿ ਕੇ ਪਿੰਡ ਦੀਆਂ ਮਾਈਆਂ ਬੀਬੀਆਂ, ਪਿੰਡ ਦੇ ਚੰਗੇ ਮਾੜੇ ਪੁਰਖਾਂ ਦੀ ਸਭ ਦੀ ਲਿਸਟ ਖੋਲ ਦੇਣੀ, ਨਾਲੇ ਆ ਕੇ ਬਾਬੇ ਤੇ ਰੋਹ ਵਿਚਾਰ ਜਾਣਾ। ਬਾਬਾ ਲਾਈਟ ਚੱਲੀ ਜਾਂਦੀ ਸੀ, ਬੰਦ ਹੀ ਕਰ ਲੈਂਦਾ, ਪਾਲਾ ਫਿਰ ਬਾਬਾ ਦੁੱਧ ਚ ਪੱਤੀ। ਇਹ ਐਸਾ ਅਭਿਮਾਨੀ ਪੁਰਖਾਂ ਦਾ ਜ਼ਿਕਰ ਹੈ ਵੀ ਨਾ ਤੇ ਇਹ ਦੇਖਣਾ ਵੀ ਗੁਰੂ ਘਰ ਝਾੜੂ ਵੀ ਮਾਰਨ ਵਾਲਾ ਪਿਆ। ਜੇ ਤੂੰ ਗੁਰੂ ਘਰ ਆਇਆ ਤੇਰਾ ਵੀ ਓਡਾ ਹੀ ਹੱਕ ਆ, ਤੇਰਾ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਆ, ਇਹ ਕਾਰਜ ਤੂੰ ਵੀ ਕਰ ਸਕਦਾ ਹੈ, ਤੂੰ ਕਿਸੇ ਨੂੰ ਕਹਿ ਰਿਹਾ। ਤੇ ਇਸ ਤਰ੍ਹਾਂ
ਕਹਿੰਦੇ ਭਾਈ ਐਸੇ ਅਭਿਮਾਨੀ ਪੁਰਖਾਂ ਨੂੰ ਤੇ ਨਿੰਦਕ ਪੁਰਖਾਂ ਨੂੰ ਕੀ ਕਰਦੇ ਨੇ ਪ੍ਰਮਾਤਮਾ ਜੀ? ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਮੈਂ ਨਹੀਂ ਕਹਿੰਦਾ, ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਨੇ? ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਕਹਿੰਦੇ ਭਾਈ ਇਹਨਾਂ ਦੇ ਵੱਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਇਹਨਾਂ ਦੇ ਵੱਲ ਕਦੀ ਚਿਹਰਾ ਨਹੀਂ ਕਰਦਾ। ਐਸੇ ਪੁਰਖਾਂ ਨੂੰ ਕਦੇ ਵੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ ਹਨ। ਉਹ ਅੰਧੇਰੇ 'ਚ ਹੀ ਰਹਿੰਦੇ ਨੇਗੇ, ਆਪਦੇ ਹੰਕਾਰ 'ਚ ਹੀ ਤੁਰੇ ਫਿਰਦੇ ਰਹਿੰਦੇ ਨੇਗੇ। ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ। ਕਹਿੰਦੇ ਭਾਈ ਇਹਨਾਂ ਨੂੰ ਆਪਦੇ ਅਭਿਮਾਨ ਨੂੰ ਅੱਗ ਦੇ ਵਿੱਚ ਪਾ ਕੇ ਸਾੜ ਦੇਣਾ ਕਰ। ਅੱਗ ਕਿਹੜੀ ਚਾਹੀਦੀ ਹੈ? ਅੱਗ ਕਹਿੰਦੇ ਤੈਨੂੰ ਗਿਆਨ ਦੀ ਲੋੜ ਹੈ। ਗਿਆਨ ਰੂਪ ਅਗਨੀ ਦੇ ਵਿੱਚ ਪਾ ਕੇ ਕਹਿੰਦੇ ਇਹ ਸਭ ਕੁਝ ਹੀ ਸੜ ਜਾਵੇਗਾ, ਫਿਰ ਤੈਨੂੰ ਨਿਮਰਤਾ ਰੂਪ ਠੰਡਕ ਪ੍ਰਾਪਤ ਹੋ ਜਾਵੇਗੀ, ਫਿਰ ਸ਼ਾਂਤ ਹੋ ਜਾਵੇਗਾ। ਅੱਜ ਕੱਲ੍ਹ ਤੇ ਆਪਾਂ ਦੇਖਦੇ ਹਾਂ ਨਾ ਵੀ ਬਾਹਰੋਂ ਤੇ ਏਸੀ ਰੂਮ ਵਿੱਚ ਤਾਂ ਬੈਠਾ ਹੈ, ਹਵਾ ਠੰਡੀ ਆਉਂਦੀ ਹੈ, ਉੱਥੇ ਬੈਠਾ ਵੀ ਗਾਲਾਂ ਦਿੰਦਾ, ਲਲਕਾਰੇ ਮਾਰਦਾ, ਉਬਲਿਆ ਪਿਆ ਅੰਦਰੋਂ। ਏਸੀ ਦੇ ਵਿੱਚ ਵੀ ਸ਼ਾਂਤੀ ਹੈ ਨਹੀਂ। ਪਰ ਉਹ ਸ਼ਾਂਤੀ ਅੰਦਰਲੀ ਕਿਵੇਂ ਮਿਲੇਗੀ? ਅੰਦਰ ਏਸੀ ਕਿੱਥੋਂ ਪਹੁੰਚਾਏਗਾ? ਉੱਥੇ ਕਿਹੜਾ ਏਸੀ ਲਾਵੇਗਾ? ਉਹਦੇ ਵਾਸਤੇ ਕਹਿੰਦੇ ਇਹਨਾਂ ਚੀਜ਼ਾਂ ਦਾ ਤੈਨੂੰ ਤਿਆਗ ਕਰਨਾ ਪੈਣਾ, ਕਿਉਂਕਿ ਇਹਨਾਂ ਦੇ ਨਾਲ ਅਗਨੀ ਆ ਜਿਹੜੀ ਉਹ ਹੋਰ ਜ਼ਿਆਦਾ ਵੱਧਦੀ ਆ। ਰਾਜ ਮਿਲਖ ਸਿਕਦਾਰੀਆਂ ਕਹਿੰਦੇ ਭਾਈ ਇਹਨਾਂ ਨੂੰ ਗਿਆਨ ਰੂਪ ਅੱਗ ਦੇ ਵਿੱਚ ਪਾ ਕੇ ਸਾੜ ਦੇਣਾ ਕਰ। ਸੰਤ ਜਨਾਂ ਕਾ ਛੋਹਰਾ ਤਿਸ ਚਰਣੀ ਲਾਗ। ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਨੇ ਨਾ, ਅੱਗੇ ਉਹਨਾਂ ਦਾ ਕੋਈ ਸੇਵਾਦਾਰ ਵੀ ਹੋਵੇ, ਦਾਸ ਵੀ ਹੋਵੇ, ਕਹਿੰਦੇ ਉਸ ਦਾਸ ਦੀ ਚਰਨੀ ਪੈ ਜਾ, ਉਹਦੇ ਚਰਨੀ ਲੱਗ ਜਾ। ਤਿਸ ਚਰਨੀ ਲਾਗ। ਚਰਨੀ ਲੱਗਣ ਤੋਂ ਭਾਵ ਹੈ ਕਿ ਉਹਦੇ ਨਾਲ ਉਹ ਤੋਂ ਨਿਮਰਤਾ ਦੇ ਗੁਣ ਸਿੱਖ ਲਾ। ਮਾਇਆ ਧਾਰੀ ਛਤਰਪਤ ਤੈਨ ਛੋਡੋ ਤਿਆਗ। ਕਹਿੰਦੇ ਭਾਈ ਮਾਇਆ ਧਾਰੀ ਅਭਿਮਾਨੀ ਛਤਰਪਤੀ ਧਨਾਢ ਪੁਰਖ, ਕਹਿੰਦੇ ਐਸੇ ਪੁਰਖਾਂ ਦਾ ਤਿਆਗ ਕਰਦੇ, ਕਿਉਂਕਿ ਮਾਇਆ ਧਾਰੀ ਆ ਨਾ ਜਿਹੜਾ, ਮਾਇਆ ਧਾਰੀ ਦੀ ਬਿਰਤੀ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ। ਸਤਿਗੁਰੂ ਦੇਵ ਜੀ ਕਹਿੰਦੇ ਭਾਈ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਕਚੌਲਾ। ਕਹਿੰਦੇ ਮਾਇਆ ਧਾਰੀ ਹੈ ਜਿਹੜਾ, ਉਹਦੀ ਡੈਫੀਨੇਸ਼ਨ ਹੈ ਕਿ ਮਾਇਆ ਧਾਰੀ ਅਤ ਅੰਨਾ, ਵਿਸ਼ੇਸ਼ ਕਰਕੇ ਅੰਨਾ ਹੋ ਜਾਂਦਾ ਹੈ। ਅੰਨਾ ਕਿਵੇਂ ਹੋ ਜਾਂਦਾ? ਕਹਿੰਦੇ ਉਹਨੂੰ ਪਹਿਲਾ ਅੰਨਾ ਪਾਣਾ ਵੀ ਉਹਨੂੰ ਆਪਣੇ ਪਰਾਏ ਦੀ ਪਰਖ ਨਹੀਂ ਰਹਿੰਦੀ। ਆਪਦੇ ਮਾਤਾ ਪਿਤਾ ਨੂੰ, ਆਪਦੇ ਸਕੇ ਸੰਬੰਧੀਆਂ ਨੂੰ, ਭੈਣਾਂ ਭਰਾਵਾਂ ਨੂੰ, ਉਹ ਸਭ ਨੂੰ ਭੁੱਲ ਬਹਿੰਦਾ। ਕਿਸੇ ਦੇ ਨਾਲ ਕੋਈ ਰਿਸ਼ਤੇ ਨਾਤਾ ਨਹੀਂ ਉਹ ਰੱਖਦਾ ਹੈ, ਸਭ ਨੂੰ ਭੁੱਲ ਜਾਂਦਾ। ਦਿਸ ਨੂੰ ਹੀ ਹਟ ਜਾਂਦੇ ਨੇ ਵੀ ਆ ਮੇਰੇ ਭਰਾ ਨੇ, ਆ ਮੇਰੇ ਸਕੇ ਸੰਬੰਧੀ ਨੇਗੇ। ਇਸ ਕਰਕੇ ਮਾਇਆ ਧਾਰੀ ਅਤ ਅੰਨਾ। ਫਿਰ ਕਹਿੰਦੇ ਬੋਲਾ, ਉਹ ਅੰਨਾ ਦਾ ਹੁੰਦਾ ਹੀ ਆ, ਨਾਲ ਬੋਲਾ ਵੀ ਹੋ ਜਾਂਦਾ। ਕਹਿੰਦੇ ਨਾ ਮਾਂ ਦੀ ਗੱਲ ਸੁਣਦਾ, ਨਾ ਪਿਓ ਦੀ ਸੁਣਦਾ ਹੈ। ਬੁਢਾਪੇ 'ਚ ਬੇਬੇ ਕਹੀ ਜਾਂਦੀ ਆ ਵੀ ਪੁੱਤ ਮੇਰੀ ਦਵਾਈ ਲਿਆਉਣ ਵਾਲੀ ਆ, ਜੇ ਕਿਤੇ ਤੂੰ ਮੇਰੀਆਂ ਅੱਖਾਂ ਦਿਖਾ ਦਿੰਦੇ। ਕੋਈ ਨਹੀਂ ਕਰ ਲਾਂਗੇ, ਬਹਿ ਜਾ, ਹਜੇ ਕਿਧਰੇ ਨਹੀਂ ਚੱਲੀ ਤੂੰ ਐਡੀ ਛੇਤੀ। ਬਾਪੂ ਆਖਦਾ ਵੀ ਮੈਂ ਔਖਾ ਪੁੱਤ, ਥੋੜਾ ਜਿਹਾ ਸਾਹ ਔਖਾ ਆਉਂਦਾ, ਕਿਤੇ ਮੇਰੀ ਸਕੈਨ ਕਰਾ ਲਿਆ ਮੇਰੇ ਤੋਂ। ਕੋਈ ਨਹੀਂ ਐਡੀ ਛੇਤੀ ਕਿਹੜਾ ਮਰਦਾ, ਐ ਕਰਾ ਦੇਂਗੇ। ਇਹ ਮਾਇਆ ਧਾਰੀ ਦੀ ਗੱਲ ਹੈ ਵੀ ਉਹਨੂੰ ਸੁਣ ਨਹੀਂ ਰਹੀ ਉਹਦੀ ਗੱਲ। ਆਪਣੇ ਜਿਹੜਾ ਮਾਤਾ ਪਿਤਾ ਦੀ ਨਹੀਂ ਸੁਣ ਰਿਹਾ ਤੇ ਕਿਸੇ ਦੀ ਗੱਲ ਉਹਨੂੰ ਕੀ ਸੁਣਦੀ ਹੋਵੇਗੀ? ਉਹਨੂੰ ਗਰੀਬ ਦੀ ਗੱਲ ਨਹੀਂ ਸੁਣਦੀ, ਉਹਨੂੰ ਧਰਮ ਦੀ ਗੱਲ ਨਹੀਂ ਸੁਣਦੀ ਹੈ। ਕਿਸ ਨੂੰ? ਜਿਹੜਾ ਮਾਇਆ ਕਰਕੇ ਬੋਲਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ, ਨਾ ਉਹਨੂੰ ਗੁਰੂ ਦਾ ਗਿਆਨ ਸੁਣਦਾ, ਸ਼ਬਦ ਵੀ ਨਹੀਂ ਸੁਣਦਾ। ਸਤਿਗੁਰੂ ਜੀ ਕਹਿੰਦੇ ਭਾਈ ਐਸੇ ਪੁਰਖਾਂ ਤੋਂ ਤਿਆਗ ਹੀ ਕਰ ਲੈ, ਵੀ ਕਿਨਾਰਾ ਕਰ ਲੈ, ਐਸੇ ਪੁਰਖਾਂ ਤੋਂ ਸਾਈਡ ਤੇ ਹੋ ਜਾਣਾ ਕਰ। ਰਹਾਓ ਵਿਸਰਾਮ ਦੇ ਕੇ ਗੁਰੂ ਸਾਹਿਬ ਕਿਰਪਾ ਕਰਦੇ ਨੇ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਕਹਿੰਦੇ ਵਿਸਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿਹੜੇ ਸੰਤ ਜਨ ਨੇ ਨਾ, ਕਹਿੰਦੇ ਉਹਨਾਂ ਦੇ ਘਰ ਦਾ ਰੁੱਖਾ ਭੋਜਨ ਵੀ ਕਿਹੋ ਜਿਹਾ? ਸੋ ਸਰਬ ਨਿਧਾਨ। ਕਹਿੰਦੇ ਉਹਦੇ 'ਚ ਸਾਰੀ ਰਸ ਆ ਜਾਂਦੇ ਨੇ, ਅੰਮ੍ਰਿਤ ਰਸ ਹੀ ਹੁੰਦਾ ਹੈ ਉਹ।
ਸਰਬਿਨ ਦਾਨ, ਅੰਮ੍ਰਿਤ ਰਾਸੀ ਬਣ ਜਾਂਦਾ ਹੈ। ਤੇ ਇਸ ਤਰ੍ਹਾਂ ਕਹਿੰਦੇ ਮਾਇਆਧਾਰੀ ਦਾ ਐਸਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਭੋਜਨ ਛਕਿਆ, ਹੈ ਤਾਂ ਰੁੱਖਾ ਹੀ ਸੀ ਨਾ, ਆਪਾਂ ਸਾਰੇ ਸੁਣਦੇ ਹਾਂ ਵੀ ਬਾਬੇ ਲਾਲੋ ਦੇ ਘਰ ਰੁੱਖਾ ਸੁੱਕਾ ਜਿਹਾ ਪ੍ਰਸ਼ਾਦਾ ਛਕਿਆ। ਦੂਜੇ ਪਾਸੇ ਮਲਕ ਭਾਗੋ ਉਹ ਕਹਿ ਰਹੇ ਸੀ ਵੀ ਸਾਡੇ ਘਰ ਪੂੜੀਆਂ ਪੂੜੇ ਬਣੇ ਹੋਏ ਨੇਗੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਹੋਏ ਨੇ, ਤੁਸੀਂ ਉਹ ਛਕੋ। ਸਤਿਗੁਰੂ ਮਹਾਰਾਜ ਜੀ ਨੇ ਉਹਦੇ ਛਕਣ ਤੋਂ ਇਨਕਾਰ ਕਰ ਦਿੱਤਾ ਸੀ। ਕਹਿਣ ਲੱਗੇ ਨਹੀਂ, ਸਾਨੂੰ ਇਹ ਭਾਉਂਦੇ ਨਹੀਂ ਪੀਰਾਂ ਫਕੀਰਾਂ ਨੂੰ ਛਕਣੇ ਐਸੇ ਭੋਜਨ ਜਿਨ੍ਹਾਂ ਦੇ ਵਿੱਚ ਗਰੀਬਾਂ ਦੀ ਰੱਤ ਹੈ, ਪਾਪ ਦੀ ਰੱਤ ਹੈ। ਇਸ ਕਰਕੇ ਕਹਿੰਦੇ ਭਾਈ ਸੰਤਾਂ ਦਾ ਭੋਜਨ ਕਹਿੰਦੇ ਉਹਦੇ ਵਿੱਚ ਸਾਰੀ ਵਿਰਾਸ ਆ ਜਾਂਦੇ ਨੇ। ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ। ਮਲਕ ਭਾਗੋ ਦੇ ਘਰ ਕਾਹਤੋਂ ਨਹੀਂ ਭੋਜਨ ਛਕਿਆ? ਲਓ ਇਹ ਪੰਕਤੀ ਸਪਸ਼ਟ ਕਰਦੀ ਹੈ ਸਤਿਗੁਰੂ ਜੀ ਦੀ। ਗ੍ਰਹਿ ਸਾਖਤ ਕਹਿੰਦੇ ਰੱਬ ਨਾਲੋਂ ਟੁੱਟੇ ਹੋਏ ਮਨੁੱਖ, ਕਹਿੰਦੇ ਭਾਈ ਉਹਨਾਂ ਦੇ ਘਰ 36 ਪ੍ਰਕਾਰ ਦੇ ਭੋਜਨ ਬਣੇ ਹੋਏ ਨੇ। ਕਾਹਦੇ ਵਰਗੇ ਨੇ? ਤੇ ਬਿਖੂ ਸਮਾਨ ਕਹਿੰਦੇ ਉਹ ਜ਼ਹਿਰ ਦੇ ਤੁੱਲ ਨੇ, ਜਿਨ੍ਹਾਂ ਨੂੰ ਖਾ ਕੇ ਤੁਸੀਂ ਨਿਤਨੇਮ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਖਾ ਕੇ ਸੇਵਾ ਨਹੀਂ ਕਰ ਸਕਦੇ। ਐਸਾ ਭੋਜਨ ਛਕ ਕੇ ਜੇ ਆਪਣੇ ਘਰਾਂ ਵਿੱਚ ਵੀ ਹੈ ਨਾ ਵੀ ਬੇਈਮਾਨੀ ਦਾ ਆ ਗਿਆ ਸਾਡੇ ਘਰਾਂ 'ਚ, ਫਿਰ ਸਾਡੇ ਘਰਾਂ 'ਚ ਉਹੀ ਅੰਨ ਖਾ ਕੇ ਸਾਡੇ ਬੱਚੇ ਗੁੱਟ ਕੇ ਚੱਕ ਕੇ ਸੁਖਮਨੀ ਸਾਹਿਬ ਨਹੀਂ ਪੜ੍ਹਨਗੇ, ਉਹ ਝਾੜੂ ਚੱਕ ਕੇ ਗੁਰੂ ਘਰ ਸੇਵਾ ਨਹੀਂ ਕਰਨਗੇ, ਉਹ ਪਿੰਡ ਦੀਆਂ ਨਾਲੀਆਂ ਸਾਫ਼ ਨਹੀਂ ਕਰਨਗੇ, ਸਮਾਜਿਕ ਸੇਵਾ ਨਹੀਂ ਕਰਨਗੇ, ਕਿਉਂਕਿ ਉਹਨਾਂ ਦੇ ਅੰਦਰ ਪਾਪ ਦਾ ਧਨ ਚਲਿਆ ਗਿਆ, ਜ਼ਹਿਰ ਚਲਿਆ ਗਿਆ ਉਹਨਾਂ ਦੇ ਅੰਦਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਐਸੇ ਭੋਜਨ ਨੂੰ ਜ਼ਹਿਰ ਕਹੀਦਾ ਹੈ। ਭਗਤ ਜਨਾਂ ਕਾ ਲੂਗਰਾ ਓਢ ਨਗਨ ਨਾ ਹੋਏ। ਕਹਿੰਦੇ ਸੰਤਾਂ ਦਾ ਦਿੱਤਾ ਹੋਇਆ ਛੋਟਾ ਜਿਹਾ ਕੱਪੜਾ ਜਾਂ ਸੰਤਾਂ ਦਾ ਦਿੱਤਾ ਹੋਇਆ ਛੋਟਾ ਜਿਹਾ ਵਸਤਰ, ਕਹਿੰਦੇ ਉਸੇ ਨਾਲ ਹੀ ਇੱਜ਼ਤ ਰਹਿ ਜਾਂਦੀ ਹੈ, ਸਤਿਕਾਰ ਬਣ ਜਾਂਦਾ ਹੈ ਸਮਾਜ ਵਿੱਚ ਵੀ ਤੇ ਦਰਗਾਹ ਦੇ ਵਿੱਚ ਵੀ, ਲੋਕ ਪਰਲੋਕ ਸਵਰ ਜਾਂਦਾ ਹੈ। ਭਗਤ ਜਨਾਂ ਕਾ ਲੂਗਰਾ ਓਢ ਨਗਨ ਨਾ ਹੋਏ, ਕਹਿੰਦੇ ਉਹਨੂੰ ਪਹਿਨ ਕੇ ਬੇਪਤ ਨਹੀਂ ਹੋਈਦਾ। ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਕੋਈ। ਕਹਿੰਦੇ ਭਾਈ ਇੱਕ ਐਸੇ ਪੁਰਖ ਨੇ ਰੱਬ ਨਾਲੋਂ ਟੁੱਟੇ ਹੋਏ, ਜਿਨ੍ਹਾਂ ਦੇ ਕੋਲੋਂ ਬੇਅੰਤ ਲੀੜਾ ਕੱਪੜਾ ਲੈ ਕੇ ਪਹਿਨ ਵੀ ਲਈਏ ਤਾਂ ਵੀ ਲੋਕ ਬੇਇੱਜ਼ਤ ਕਹਿੰਦੇ ਨੇਗੇ, ਤਾਂ ਵੀ ਲੋਕ ਤਾਨੇ ਮਾਰਦੇ ਨੇਗੇ, ਬੁਰਾ ਕਹਿੰਦੇ ਨੇਗੇ। ਜਿਸ ਤਰ੍ਹਾਂ ਕਿਸਾਨ ਧਰਨਾ ਲੱਗਿਆ ਸੀ ਨਾ, ਵੀ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਬੀਜੇਪੀ ਦੇ ਝੰਡੇ ਵਗੈਰਾ ਲੱਗੇ ਸੀ ਉਹਨਾਂ ਨੂੰ ਭੰਡਿਆ ਜਾਂਦਾ ਸੀ, ਕਿਉਂਕਿ ਸਾਕਤ ਸਿਰ ਪਾਓ ਰੇਸ਼ਮੀ, ਜਿਨ੍ਹਾਂ ਦੇ ਐਸੇ ਕੱਪੜਾ ਲਿਆ। ਕਹਿੰਦੇ ਭਾਈ ਐਸੇ ਪੁਰਖਾਂ ਬੇਪਤ ਕੀਤਾ ਜਾਂਦਾ, ਕਹੇ ਜਾਂਦੇ ਨੇਗੇ। ਸਾਕਤ ਸਿਉ ਮੁਖ ਜੋਰਿਆ ਅਧ ਵਿੱਚੋਂ ਟੁੱਟੈ। ਰੱਬ ਨਾਲੋਂ ਟੁੱਟਿਆ ਹੋਇਆਂ ਦੇ ਨਾਲ ਜੋੜੀਏ, ਦੋਸਤੀ ਕਰੀਏ, ਅੱਧ ਵਿਚਕਾਰ ਹੀ ਟੁੱਟ ਜਾਂਦੀ ਹੈ, ਨਿਭਦੀ ਨਹੀਂ ਹੈ। ਹਰ ਜਨ ਕੀ ਸੇਵਾ ਜੋ ਕਰੇ ਐਤ ਉਤੈ ਛੁਟੈ। ਕਹਿੰਦੇ ਜਿਹੜਾ ਰੱਬ ਦੀ ਤੇ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ ਹੈ, ਕਹਿੰਦੇ ਉਹ ਐਸ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਲੋਕ ਪਰਲੋਕ ਵਿੱਚੋਂ ਛੁੱਟ ਜਾਂਦਾ ਹੈ, ਜੰਮਣ ਮਰਨ ਤੋਂ ਛੁੱਟ ਜਾਂਦਾ ਹੈ, ਨਿੰਦਿਆ ਹੰਕਾਰ ਤੋਂ ਛੁੱਟ ਜਾਂਦਾ ਹੈ। ਸਭ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ। ਅੱਗੇ ਸਤਿਗੁਰੂ ਜੀ ਸ਼ਬਦ ਸਮਾਪਤ ਕਰਦੇ ਆ, ਕਹਿੰਦੇ ਨੇ ਹੇ ਪ੍ਰਭੂ ਵਾਹਿਗੁਰੂ ਜੀ, ਸਭ ਕੁਝ ਤੁਹਾਡੇ ਤੋਂ ਪੈਦਾ ਹੋਇਆ। ਕਿੱਥੋਂ? ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਚਿਤ ਓੰਕਾਰ ਸੈਲ ਜੁਗ ਪਏ। ਸਭ ਕੁਝ ਤੁਹਾਡੇ ਤੋਂ ਪੈਦਾ ਹੋਇਆ, ਆਪ ਬਣਤ ਬਣਾਈ। ਤੁਸੀਂ ਆ ਜੀਵ ਪੈਦਾ ਕੀਤੇ ਨੇ, ਕੋਈ ਤਮੋ ਗੁਣੀ ਪੈਦਾ ਕੀਤੇ ਨੇ, ਰਜੋ ਗੁਣੀ ਸਤੋ ਗੁਣੀ ਪੈਦਾ ਕੀਤੇ ਨੇ, ਤੁਹਾਡੀ ਹੀ ਬਣਾਉਟ ਬਣਾਈ ਹੋਈ ਹੈ। ਦਰਸ਼ਨ ਭੇਟਤ ਸਾਧਕਾ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਚੰਗੇ ਰਹਿਤ ਵਾਲੇ ਜੀਵਨ ਵਾਲੇ ਗੁਰਸਿੱਖ, ਕਹਿੰਦੇ ਉਹਨਾਂ ਦੇ ਦਰਸ਼ਨ ਕਰਿਆ ਕਰ। ਨਾਨਕ ਗੁਣ ਗਾਏ, ਉਹਨਾਂ ਦੇ ਨਾਲ ਮਿਲ ਕੇ ਕਹਿੰਦੇ ਰੱਬ ਦੇ ਗੁਣ ਗਾਇਆ ਕਰ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਉਸ ਵਿਛੜੀ ਰੂਹ ਦਾ ਭਲਾ ਕਰਨ। ਸਤਿਕਾਰਯੋਗ ਬਾਪੂ ਮੇਜਰ ਸਿੰਘ ਜੀ ਜੋ ਸਾਡੇ ਵਿੱਚੋਂ ਚਲੇ ਗਏ ਨੇ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ।
क्योंकि साडा जिहड़ा इत्थों का सिस्टम है वो माड़ा है, ਉਹਦਾ कुछ तौर तरीका बिगड़िया होया है। खैर हुण समा भी नेड़े लग गया, वो साडे विच नहीं रहे। उन्हां दी निमित्त रखे गए सहज पाठां दे भोगां ते आए हुक्मनामे दी दास तो विचार करदिआं बेअंत भुल्लां दी गलतियां आप रब रूप संगत गुरु ग्रंथ खालसा पंथ बख्शण जोग धन्नवाद इस समुचे छीना परिवार का जिन्हां दे जरिए आप संगतां दे भाई हाकम सिंह जी USA उन्हां दे जरिए आप संगतां दे दर्शन परसन का सुभाग मिलिया। सो ये अरदास है, ये दास की श्रद्धांजलि है कि सतगुरु महाराज जी कृपा करन छीना परिवार विच अगे वास्ते सुख शांति बरताउण, सिੱਖੀ सिदक नाम बाणी का प्रेम प्यार ककारां की परपक्ता बख्शण गुरु साहिब। आओ शब्द दियां आखिरलियां तुकां दा पाठ उपरंत आनंद साहिब। सब किछ तुम ही ते होआ आप बनत बनाई, दर्शन भेटत साधका नानक गुण गाई। वाहिगुरु जी का खालसा वाहिगुरु जी की फतेह। रामकली महला तीजा आनंद एक ओंकार सतगुर प्रसाद आनंद।